गुर की मत तू लेह आणे, भगत बिना बहु डूबे सियाणे। भगती तो बिना ਜਿਹੜੇ ਸਿਆਣੇ ਹਨ ਉਹ ਹੀ ਜ਼ਿਆਦਾਤਰ ਡੁੱਬ ਰਹੇ ਹਨ, ਡੁੱਬਦੇ ਹਨ। ਪਰ ਉਹ ਜਿਹੜੇ ਸਿਆਣੇ ਹਨ ਉਹਨਾਂ ਕੋਲ ਆਪਣੀ ਮੱਤ ਹੀ ਬਹੁਤ ਹੈ ਤੇ ਉਹ ਦੂਸਰੇ ਕੋ ਮੱਤ ਲੈ ਨਹੀਂ ਸਕਦੇ ਹਨ, क्योंकि दूसरे को मत लैनी है इयाणे बन के। गुर की मत तू ले आण। तो जिहड़ा पहला ही सियाणा होवे दूसरिਆਂ ਨੂੰ मत दे ਰਿਹਾ होवे, जिवें ਇਹ दे ਰਿਹਾ है मत, फिर मत दूसरिਆਂ ਨੂੰ क्यों दे ਰਿਹਾ है ਇਹਦਾ ਵੀ ਕਾਰਨ ਸਮਝੋ, ਤੁਸੀਂ ਖਿਆਲ ਵਿੱਚ ਲਓ। ਜਿਵੇਂ ਕਬੀਰ ਜੀ ਦੀਆਂ ਇਹਨਾਂ ਪੰਕਤੀਆਂ ਦਾ ਸਹਾਰਾ ਲਿਆ ਹੈ ਨਾ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੇ ਨਿਤ ਭੇੜ। ਕਿ ਸੰਸਾਰ ਦੇ ਵਿੱਚ ਪ੍ਰਗਟ ਜੋ ਖੇਡ ਚੱਲ ਰਹੀ ਹੈ ਉਹ ਇਉਂ ਹੀ ਹੋ ਰਿਹਾ ਹੈ ਜਿਵੇਂ ਲੇਲੇ ਨੂੰ ਭੇਡ ਚੁੰਗਦੀ ਹੁੰਦੀ ਹੈ, ਭਾਵ ਕਿ ਬੱਚੇ ਨੂੰ ਮਾਂ ਚੁੰਗ ਰਹੀ ਹੈ। ਹੋਣਾ ਤਾਂ ਉਲਟਾ ਚਾਹੀਦਾ, ਬੱਚਾ ਮਾਂ ਨੂੰ ਚੁੰਗੇ, ਪਰ ਸੰਸਾਰ ਦੇ ਵਿੱਚ ਉਲਟੀ ਖੇਡ ਹੋ ਰਹੀ ਹੈ। ਕਬੀਰ ਜੀ ਦੇਖ ਰਹੇ ਹੋਣਗੇ। ਤੇ ਸੰਸਾਰੀ ਲੋਕ ਮਨ ਦੇ ਪਿੱਛੇ ਲੱਗੇ ਹੋਏ ਹਨ, ਮਨ ਦੀਆਂ ਖਵਾਇਸ਼ਾਂ ਪਿੱਛੇ ਲੱਗੇ ਹੋਏ ਹਨ, ਤੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਬੁੱਧੀ ਦੀ ਵਰਤੋਂ ਕਰ ਰਹੇ ਹਨ। ਮਨ ਦੀਆਂ ਖਵਾਇਸ਼ਾਂ ਪੂਰੀਆਂ ਕਰਨ ਵਾਸਤੇ ਬੁੱਧੀ ਦੀ ਵਰਤੋਂ ਕੀਤੀ ਜਾ ਰਹੀ ਹੈ। ਬੁੱਧੀ ਮਨ ਦੇ ਪਿੱਛੇ ਲੱਗੀ, ਪਹਿਲਾਂ ਮਨ ਦੇ ਅੰਦਰ ਖਵਾਇਸ਼ ਪੈਦਾ ਹੋ ਜਾਂਦੀ ਹੈ, ਫਿਰ ਬੁੱਧੀ ਉਹਨੂੰ ਪੂਰਾ ਕਰਨ ਦੇ ਵਿੱਚ ਲੱਗਦੀ ਹੈ, ਕੋਸ਼ਿਸ਼ ਕਰਦੀ ਹੈ, ਸੋਚਦੀ, ਵਿਚਾਰਦੀ। ਬੁੱਧੀ ਪਿੱਛੇ ਚੱਲ ਪਈ ਨਾ, ਮਨ ਦੀਆਂ ਖਵਾਇਸ਼ਾਂ ਹੀ ਪੂਰੀ ਕਰ ਰਹੇ ਹਨ ਸਭ ਲੋਕ, ਤਾਂ ਉਹਦੇ ਪਿੱਛੇ ਬੁੱਧੀ ਚੱਲ ਪਈ, ਬੁੱਧੀ ਲੱਗ ਗਈ। ਤੇ ਹੋਣਾ ਉਲਟਾ ਚਾਹੀਦਾ ਸੀ ਵੀ ਬੁੱਧੀ ਦੇ ਪਿੱਛੇ ਮਨ ਚੱਲਦਾ। ਬੁੱਧੀ ਦੇ ਪਿੱਛੇ ਜਦੋਂ ਮਨ ਚੱਲਣ ਲੱਗ ਜਾਂਦਾ ਹੈ ਨਾ, ਫਿਰ ਸਮਝ ਦੀ ਯਾਤਰਾ ਸ਼ੁਰੂ ਹੁੰਦੀ ਹੈ, ਸਮਝਦਾਰੀ ਦੀ ਯਾਤਰਾ ਸ਼ੁਰੂ ਹੁੰਦੀ ਹੈ। ਕਿਉਂਕਿ ਜਿਹੜਾ ਮਨ ਦੇ ਪਿੱਛੇ ਚੱਲ ਰਿਹਾ ਹੈ ਉਹਦੇ ਕੋਈ ਸਮਝ ਨਹੀਂ ਹੁੰਦੀ, ਉਹ ਤਾਂ ਮਨ ਦੇ ਪਿੱਛੇ ਚੱਲ ਰਿਹਾ ਹੈ। ਅਤੇ ਜਿਹੜੇ ਥੋੜ੍ਹੇ ਜਿਹੇ ਮਨ ਤੋਂ ਹਟ ਕੇ ਸੋਚਦੇ ਹਨ ਉਹ ਸਮਝਦਾਰੀ ਦੇ ਵਿੱਚ ਪੈ ਜਾਂਦੇ ਹਨ। ਉਹਨਾਂ ਨੂੰ ਮਾਨਸਿਕ ਰੋਗ ਘਟ ਜਾਂਦਾ ਹੈ, ਸਮਝਦਾਰੀ ਦਾ ਰੋਗ ਲੱਗ ਜਾਂਦਾ ਹੈ। ਅਤੇ ਉਹ ਸੋਚਦੇ ਹਨ ਵੀ ਸਮਝਦਾਰੀ ਕਰਕੇ ਅਸੀਂ ਚੱਲਾਂਗੇ ਤੇ ਤਾਂ ਸੁਖੀ ਰਵਾਂਗੇ। ਤਦੇ ਇਹਨੇ ਕਿਹਾ ਨਾ, ਸਮਝ ਨਾਲ ਸੋਚ ਵਿਚਾਰ ਕੇ ਕੰਮ ਕਰੋ। ਤੁਹਾਡਾ ਕੀ ਖਿਆਲ ਹੈ? ਤੇ ਸਮਝ ਨਾਲ ਸੋਚ ਵਿਚਾਰ ਕੇ ਕੋਈ ਕੰਮ ਨਹੀਂ ਕਰ ਰਿਹਾ ਹੈ? ਸਾਰੇ ਸਮਝ ਤੇ ਪੂਰੀ ਲਾ ਰਹੇ ਹਨ, ਕੋਸ਼ਿਸ਼ ਕਰ ਰਹੇ ਹਨ, ਬਿਨਾਂ ਸਮਝ ਤੋਂ ਤਾਂ ਨਹੀਂ ਕੰਮ ਕਰ ਰਹੇ। ਇੰਨੇ ਬੇਸਮਝ ਤੇ ਨਹੀਂ ਹਨ, ਬਹੁਤ ਸਮਝਦਾਰੀ ਦੇ ਨਾਲ ਕੰਮ ਕਰ ਰਹੇ ਹਨ, ਕੋਸ਼ਿਸ਼ ਕਰ ਰਹੇ ਹਨ ਲੋਕ। ਪਰ ਸਮਝਦਾਰੀ ਕਰਕੇ ਮਿਲਦਾ ਕੁਝ ਨਹੀਂ ਹੈ। ਇਹ ਉਹਨਾਂ ਨੂੰ ਪਤਾ ਲੱਗਦਾ ਹੈ ਜਿਹੜੇ ਪੂਰੀ ਸਮਝ ਦਾ ਉਪਯੋਗ ਕਰ ਲੈਂਦੇ ਹਨ ਵੀ ਸੰਸਾਰ ਦੇ ਵਿੱਚ ਜਿੰਨੀ ਮਰਜ਼ੀ ਜ਼ਿਆਦਾ ਸਮਝ ਹੋ ਜਾਵੇ ਤਾਂ ਵੀ
ਉਹ ਨਹੀਂ ਮਿਲਦਾ ਜਿਹਦੀ ਸਤਿਪੁਰਖ ਗੱਲ ਕਰ ਰਹੇ ਹਨ, ਕਿਉਂਕਿ ਉਹ ਸਮਝਦਾਰੀ ਦਾ ਹਿੱਸਾ ਨਹੀਂ। ਸਮਝਦਾਰੀ ਦਾ ਕਰਕੇ ਤਾਂ ਸੰਸਾਰਿਕ ਸੁੱਖ ਹੀ ਨਹੀਂ ਮਿਲਦੇ ਹਨ ਲੋਕਾਂ ਨੂੰ, ਸ਼ਾਂਤੀ ਨਹੀਂ ਮਿਲਦੀ ਹੈ, ਟਿਕਾ ਨਹੀਂ ਮਿਲ ਰਿਹਾ। ਦੇਖੋ ਲੋਕਾਂ ਸਮਝ ਘੱਟ ਥੋੜ੍ਹੀ ਹੈ, ਬਹੁਤ ਸਮਝਦਾਰੀ ਦਾ ਉਪਯੋਗ ਕਰ ਰਹੇ ਹਨ, ਫਿਰ ਵੀ ਨਹੀਂ ਕੁਛ ਮਿਲ ਰਿਹਾ। ਇਸੇ ਕਾਰਨ ਹੀ ਕਿਹਾ ਜਾਂਦਾ ਹੈ ਨਾ ਵੀ ਇਹ ਸਮਝਦਾਰੀ ਦਾ ਕਰਕੇ ਤੁਹਾਨੂੰ ਸੰਸਾਰ 'ਚ ਕੁਝ ਨਹੀਂ ਮਿਲਿਆ, ਅਤੇ ਇਹ ਸਮਝਦਾਰੀ ਦਾ ਕਰਕੇ ਅਧਿਆਤਮ ਦੇ ਵਿੱਚ ਵੀ ਨਹੀਂ ਮਿਲੇਗਾ। ਇਹ ਸਮਝਦਾਰੀ ਛੱਡਣੀ ਪਵੇਗੀ, ਕਿਉਂਕਿ ਇਹ ਸਮਝਦਾਰੀ ਸੰਸਾਰ ਤੋਂ ਪੈਦਾ ਹੋਈ, ਅਤੇ ਸਮਝਦਾਰੀ ਸੰਸਾਰ ਦੇ ਵਿੱਚ ਹੀ ਛੱਡਣੀ ਪਵੇਗੀ। ਇਹੋ ਹੀ ਗੁਰੂ ਨੂੰ ਸਮਰਪਿਤ ਕਰਨੀ ਹੈ। ਸਿਰ ਦੇਣ ਦਾ ਭਾਵ ਇਹੋ ਹੀ ਹੁੰਦਾ ਹੈ। ਝੁਕਣ ਦਾ ਭਾਵ ਵੀ ਇਹੋ ਹੀ ਹੁੰਦਾ। ਉਹ ਸਮਝਦਾਰ ਥੋੜ੍ਹੀ ਝੁਕਦਾ ਹੈ, ਉਹ ਤਾਂ ਦੂਸਰਿਆਂ ਨੂੰ ਸਮਝ ਦਿੰਦਾ ਹੈ। ਫਿਰ ਆਪ ਸਮਝਦਾਰੀ ਦਾ ਕਰਕੇ ਰੁਕਦਾ ਹੈ, ਦੂਸਰਿਆਂ ਨੂੰ ਵੀ ਰੋਕਦਾ ਹੈ। ਅਤੇ ਸਮਝਦਾਰ ਨਹੀਂ ਝੁਕਦਾ ਹੈ ਜਿਹਦੇ ਕੋਈ ਸਮਝ ਹੈ। ਅਕਸਰ ਮੈਂ ਵੀ ਦੇਖਿਆ ਹੈ, ਪਿੱਛੇ ਜੇ ਇੱਕ ਨੌਜਵਾਨ ਆਇਆ, ਸਾਧਕ ਸੀ, ਸਾਧਨਾ ਕਰ ਰਿਹਾ, ਅਤੇ ਉਹ ਆਣ ਕੇ ਥੋੜ੍ਹਾ ਜਿਹਾ ਝੁਕਿਆ ਗੋਡਿਆਂ ਤੱਕ, ਅਤੇ ਕੁਛ ਗੱਲ ਕਰ ਰਿਹਾ ਸੀ। ਬਾਅਦ ਵਿੱਚ ਕਹਿਣ ਲੱਗਾ ਵੀ ਤੁਸੀਂ ਕਿਰਪਾ ਕਰੋ। ਮੈਂ ਥੋੜ੍ਹਾ ਜਿਹਾ ਹੋਰ ਜ਼ਿਆਦਾ ਝੁਕੇਂਗਾ ਅਤੇ ਹੋਰ ਕਿਰਪਾ ਹੋ ਜਾਊਗੀ। ਅਤੇ ਉਹ ਕੋਲ ਬੈਠਾ ਰਿਹਾ, ਅਤੇ ਫਿਰ ਉਹਨੇ ਪੂਰਾ ਹੀ ਸਿਰ ਰੱਖ ਕੇ ਮੱਥਾ ਟੇਕਿਆ। ਮੈਂ ਹੈ ਕੋਸ਼ਿਸ਼ ਦੁਆਰਾ ਝੁਕਿਆ ਹੈ, ਸੋਚ ਕੇ ਝੁਕਿਆ ਹੈ। ਵੀ ਇਹ ਕਹਿੰਦੇ ਹਨ ਵੀ ਝੁਕਿਆ ਹੀ ਮਿਲੂਗਾ ਕੁਝ, ਅਤੇ ਚਲੋ ਝੁਕ ਜਾਂਦੇ ਹਾਂ। ਪਰ ਇਹ ਝੁਕਣਾ ਵੀ ਮਾਨਸਿਕ ਹੋ ਗਿਆ ਨਾ, ਬੌਧਿਕ ਹੋ ਗਿਆ, ਸੋਚ ਕੇ ਝੁਕਿਆ ਨਹੀਂ। ਜਦੋਂ ਆਪਣੇ ਆਪ ਹੀ ਝੁਕੇਗਾ, ਝੁਕਾਅ ਹੋਵੇਗਾ, ਅਤੇ ਜਦੋਂ ਆਪਣੇ ਆਪ ਹੀ ਝੁਕਾਅ ਹੋਵੇਗਾ ਨਾ, ਫਿਰ ਤੂੰ ਝੁਕ ਜਾਵੇਂਗਾ ਪੂਰਾ ਦਾ ਪੂਰਾ ਹੀ। ਅਤੇ ਜਦੋਂ ਤੂੰ ਝੁਕੇਂਗਾ ਨਾ, ਉਦੋਂ ਆਪਣੇ ਆਪ ਹੀ ਮਿਲੂਗਾ। ਐਸਾ ਨਹੀਂ ਹੈ ਮੈਂ ਦੇਣਾ ਹੈ, ਮੇਰੇ ਸਾਹਮਣੇ ਝੁਕ, ਮੈਂ ਇਹ ਕਹਿ ਰਿਹਾ ਹਾਂ, ਨਹੀਂ। ਜਦੋਂ ਤੂੰ ਝੁਕੇਂਗਾ ਉਦੋਂ ਮਿਲੇਗਾ ਹੀ ਮਿਲੇਗਾ। ਮੈਂ ਤਾਂ ਇੱਕ ਸਹਾਰਾ ਹਾਂ, ਝੁਕਿਆ ਮਿਲਦਾ ਹੈ। ਪਰ ਜਿਹੜਾ ਸਮਝਦਾਰ ਹੈ ਉਹ ਕਹਿੰਦਾ ਹੈ ਝੁਕਣਾ ਨਾ। ਇਮੋਸ਼ਨਲ ਹੋ ਕੇ ਕਿਸੇ ਦੇ ਸਾਹਮਣੇ ਝੁਕ ਜਾਓ, ਤੁਸੀਂ ਝੁਕਿਓ ਨਾ। ਦੇਖਿਓ, ਆਪਣੀ ਬੁੱਧੀ ਦੇ ਸਾਹਮਣੇ ਝੁਕੋ। ਆਪਣੇ ਸਾਹਮਣੇ ਆਪਣੀ ਬੁੱਧੀ ਦੇ ਮਗਰ ਲੱਗੋ, ਸਮਝ ਦੇਖੋ। ਫਿਰ ਦੂਸਰੀ ਗੱਲ ਇਹ ਵੀ ਇੱਕ ਖਿਆਲ ਵਿੱਚ ਰੱਖਣ ਯੋਗ ਹੈ, ਇਹ ਸਮਝ ਦੁਆਰਾ ਪਹਿਲੀ ਗੱਲ ਤੇ ਕੋਸ਼ਿਸ਼ ਨਹੀਂ ਕੀਤੀ ਹੈ ਇਹਨੇ ਮਨ ਨੂੰ ਰੋਕਣ ਦੀ। ਅਗਰ ਕੀਤੀ ਹੁੰਦੀ ਤੈਨੂੰ ਪਤਾ ਹੁੰਦਾ। ਤੇ ਇਹ ਆਪਣੀ ਸਮਝ ਨੂੰ ਤੇ ਬਚਾਉਣ ਦੀ ਕੋਸ਼ਿਸ਼ ਕਰ ਹੀ ਰਿਹਾ ਹੈ, ਪਰ ਦੂਸਰਿਆਂ ਨੂੰ ਵੀ ਇਹ ਨਾਲ ਨਾਲ ਸੰਦੇਸ਼ ਦੇ ਰਿਹਾ। ਦੇਖੋ, ਮੈਂ ਕਹਿੰਦਾ ਹਾਂ ਨਾ ਅਕਸਰ ਵੀ ਮਨ ਜਿਹੜਾ ਹੈ ਨਾ, ਇਹ ਬਹੁਤ ਚਲਾਕ ਹੈ, ਇਹ ਮਿਟਣਾ ਨਹੀਂ ਚਾਹੁੰਦਾ ਹੈ। ਸਤਿਪੁਰਖਾਂ ਦੀ ਬਾਣੀ ਦੇ ਵਿੱਚੋਂ ਵੀ ਆਪਣੇ ਆਪ ਨੂੰ ਬਚਾਉਣ ਵਾਸਤੇ ਹੀ ਕੋਈ ਨਾ ਕੋਈ ਰਸਤਾ ਲੱਭ ਲੈਂਦਾ। ਇਹਨੇ ਇਹ ਪੰਕਤੀਆਂ ਦਾ ਸਹਾਰਾ ਲੱਭ ਲਿਆ ਵੀ ਪੰਕਤੀਆਂ 'ਚ ਤੇ ਕਬੀਰ ਜੀ ਕਹਿ ਰਹੇ ਹਨ ਵੀ ਭੇਡ ਦੇ ਪਿੱਛੇ ਲੱਗੋ, ਲੇਲਾ ਚੁੰਗੇ ਭੇਡ ਨੂੰ, ਮਨ ਬੁੱਧੀ ਨੂੰ ਚੁੰਗੇ।
ਭੇਡ ਦੇ ਪਿੱਛੇ ਲੱਗੋ। ਪਰ ਇੱਧਰ ਕਿਹਾ ਜਾ ਰਿਹਾ ਹੈ ਵੀ ਲੇਲੇ ਸਣੇ ਭੇਡ ਸਣੇ ਸਮਰਪਿਤ ਹੋਵੋ। ਪਰ ਤੁਸੀਂ ਭੇਡ ਪਿੱਛੇ ਲੱਗੇ ਹੋ, ਮਨ ਨੂੰ ਭੇਡ ਕਿਹਾ ਹੈ। ਦੇਖੋ ਕਮਾਲ ਦੀ ਗੱਲ, ਤੁਸੀਂ ਅਕਸਰ ਇੱਕ ਸ਼ਬਦ ਸੁਣਦੇ ਹੋ ਨਾ, ਭੇਡਾ ਚਾਲ। ਭੇਡਾ ਚਾਲ ਦਾ ਅਰਥ ਹੁੰਦਾ ਹੈ ਵੀ ਬੁੱਧੀ ਸਮਾਜ ਤੋਂ ਪੈਦਾ ਹੁੰਦੀ, ਅਤੇ ਜੈਸੇ ਸਮਾਜ ਤੋਂ ਪੈਦਾ ਹੁੰਦੀ ਹੈ ਨਾ, ਵੈਸਾ ਹੀ ਸੋਚਦੀ ਹੈ। ਤਕਰੀਬਨ ਲੋਕ ਸਾਰੇ ਸਮਾਜਿਕ ਇੱਕੋ ਜਿਹੇ ਹੁੰਦੇ ਹਨ, ਵੈਸਾ ਵੈਸਾ ਹੀ ਸੋਚਦੇ ਹਨ। ਤੁਸੀਂ ਅਗਰ ਸਿੱਖ ਹੋ ਤਾਂ ਸਿੱਖ ਧਾਰਨਾ ਦੁਆਰਾ ਹੀ ਤੁਸੀਂ ਸੋਚਦੇ ਹੋ, ਅਤੇ ਜਿੱਧਰ ਨੂੰ ਸਿੱਖ ਜਾ ਰਹੇ ਹਨ ਉੱਧਰ ਨੂੰ ਤੁਸੀਂ ਤੁਰੇ ਜਾਓਗੇ। ਜਿੱਧਰ ਨੂੰ ਦੂਜੀਆਂ ਭੇਡਾਂ ਜਾ ਰਹੀਆਂ ਉੱਧਰ ਨੂੰ ਤੁਹਾਡੀ ਭੇਡ ਤੁਰ ਪਊਗੀ, ਤੁਹਾਡੀ ਬੁੱਧੀ ਤੁਰ ਪਊਗੀ। ਬੁੱਧੀ ਤੇ ਭੇਡਾਂ ਚਾਲ ਹੈ, ਬੁੱਧੀ ਤੇ ਭੇਡ ਹੈ, ਦੂਸਰੀਆਂ ਭੇਡਾਂ ਮਗਰ ਜਾ ਰਹੀ ਹੈ। ਤੁਹਾਡੀਆਂ ਆਪਣੀਆਂ ਵਿਚਾਰਧਾਰਾ ਥੋੜ੍ਹੀ ਹੈ, ਤੁਸੀਂ ਆਪ ਥੋੜ੍ਹੀ ਸੋਚ ਰਹੇ ਹੋ, ਸਮਾਜ ਸੋਚ ਪਾ ਰਿਹਾ ਹੈ ਤੁਹਾਡੇ ਅੰਦਰ। ਤੁਹਾਡੇ ਅੰਦਰ ਸਮਾਜ ਨੇ ਸੰਸਕਾਰ ਪਾਏ ਹੋਏ ਹਨ, ਉਹਨਾਂ ਦੁਆਰਾ ਤੁਸੀਂ ਸੋਚ ਰਹੇ ਹੋ ਵੀ ਝੁਕਣਾ ਨਹੀਂ ਹੈ ਕਿਸੇ ਸਾਹਮਣੇ, ਸਮਰਪਿਤ ਨਹੀਂ ਹੋਣਾ ਹੈ ਕਿਸੇ ਸਾਹਮਣੇ। ਜਿਵੇਂ ਮੈਂ ਕੱਲ੍ਹ ਕਿਹਾ ਸੀ ਨਾ ਵੀ ਮਰਨਾ ਕਬੂਲ ਕਰ ਲਓ, ਅਤੇ ਆਪ ਤਾਂ ਮਰਨ ਨੂੰ ਡਰਦਾ ਹੀ ਹੈ। ਇਹਦੀ ਬੁੱਧੀ ਮਨ ਆਪ ਦੇ ਸਹਾਰਾ ਲੱਭ ਲਿਆ, ਅਤੇ ਦੂਸਰਿਆਂ ਨੂੰ ਵੀ ਇਹ ਸਮਝਾ ਰਿਹਾ ਹੈ ਵੀ ਤੁਸੀਂ ਝੁਕਿਓ ਨਾ, ਛੱਡਿਓ ਨਾ ਆਪਣੀ ਬੁੱਧੀ ਨੂੰ, ਕਿਤੇ ਸਮਰਪਿਤ ਨਾ ਹੋ ਜਿਓ। ਗੁਰਬਾਣੀ ਅਨੁਸਾਰ ਸਮਝ ਕੇ ਕਹਿੰਦਾ ਕੰਮ ਕਰੋ। ਤੂੰ ਕਰਕੇ ਦੇਖ ਲਾ ਸਮਝ ਕੇ, ਅਗਰ ਤੇਰੇ ਕੋਲ ਹੀ ਬੁੱਧੀ ਹੈਗੀ ਹੈ, ਸਮਝ ਹੈਗੀ, ਮਨ ਨੂੰ ਰੋਕ ਕੇ ਦੇਖ ਲਾ। ਦੇਖਿਆ ਨਹੀਂ ਨਾ, ਫਿਰ ਖਿਆਲ ਵਿੱਚ ਰੱਖੋ, ਇਹ ਐਸਾ ਕਿਹਾ ਤੁਹਾਡੀ ਬੁੱਧੀ ਛੁੱਟਣੀ ਨਹੀਂ ਹੈ, ਇਹ ਰੋਗ ਛੁੱਟਣਾ ਨਹੀਂ ਹੈ, ਨਾ ਹੀ ਤੁਹਾਨੂੰ ਇਹ ਰੋਗ ਸਮਝ ਵਿੱਚ ਆਉਣਾ ਹੈ। ਇਹਦਾ ਇੱਕੋ ਹੀ ਛੱਡਣ ਦਾ ਤਰੀਕਾ ਹੈ, ਇਸ ਰੋਗ ਦਾ ਪੂਰਾ ਉਪਯੋਗ ਕਰ ਲਓ, ਇਸ ਬੁੱਧੀ ਦਾ ਪੂਰਾ ਉਪਯੋਗ ਕਰੋ। ਜਿੰਨਾ ਹੋ ਸਕਦਾ ਇਹਨੂੰ ਵਿਚਾਰ ਦੇ ਵਿੱਚ ਲਾ ਦਿਓ, ਤਰਕ ਕਰੀ ਜਾਓ, ਸੋਚੀ ਜਾਓ, ਤਰਕ ਕਰੀ ਜਾਓ। ਜਦੋਂ ਹਾਰ ਜਾਓਗੇ ਨਾ, ਬੁੱਧੀ ਹਾਰ ਜਾਂਦੀ ਹੈ। ਜਿਹੜੇ ਵਾਸਤਵਿਕ ਦੇ ਵਿੱਚ ਪੂਰਾ ਬੁੱਧੀ ਦਾ ਉਪਯੋਗ ਕਰਦੇ, ਪਕੜ ਦੇ ਵਿੱਚ ਨਹੀਂ ਆਉਂਦਾ ਅਧਿਆਤਮ ਉਹਨਾਂ ਨੂੰ। ਤੁਹਾਡੇ ਆਹ ਗੱਲਾਂ ਸਮਝ ਵਿੱਚ ਥੋੜ੍ਹੀ ਆ ਰਹੀਆਂ ਹੋਣੀਆਂ ਜੋ ਇੱਧਰ ਕਹੀਆਂ ਜਾ ਰਹੀਆਂ, ਕਿਉਂਕਿ ਵਿਚਾਰ ਦੇ ਤਲ 'ਤੇ ਸਮਝ ਵਿੱਚ ਆਉਂਦੀਆਂ ਹੀ ਨਹੀਂ ਹਨ। ਬੁੱਧੀ ਦੇ ਤਲ 'ਤੇ ਤਾਂ ਸਮਝ ਵਿੱਚ ਨਹੀਂ ਆਵੇਗਾ, ਪਕੜ ਵਿੱਚ ਨਹੀਂ ਆਵੇਗਾ ਬੁੱਧੀ, ਨਾ ਮਨ ਰੁਕੇਗਾ। ਤੁਸੀਂ ਹਾਰ ਜਾਓਗੇ। ਜਦੋਂ ਪੂਰਾ ਬੁੱਧੀ ਦਾ ਉਪਯੋਗ ਕਰ ਲਓਗੇ ਨਾ, ਫਿਰ ਹਾਰੂਗੀ ਬੁੱਧੀ, ਹਾਰ ਕੇ ਫਿਰ ਡਿੱਗੂਗੀ। ਅਤੇ ਜਿਹੜੇ ਬੁੱਧੀ ਦਾ ਪੂਰਾ ਉਪਯੋਗ ਨਹੀਂ ਕਰਦੇ ਆ, ਉਹਨਾਂ ਦੀ ਡਿੱਗਦੀ ਨਹੀਂ ਹੈ। ਜਾਂ ਜਾਣ ਲੈਂਦੇ ਹਨ ਭਈ ਅਸੀਂ ਜਾਣ ਲਿਆ, ਸਮਝ ਲਿਆ, ਜਿਹੜਾ ਸਮਝ ਦੇ ਤਲ 'ਤੇ, ਤਾਂ ਉੱਥੇ ਸਮਝ ਦੇ ਤਲ 'ਤੇ ਹੀ ਰੁਕੇ ਰਹਿੰਦੇ। ਇਸੇ ਕਾਰਨ ਹੀ ਬਹੁਤ ਵਿਦਵਾਨ ਪੰਡਤ ਕਬੀਰ ਜੀ ਦੇ ਸਮੇਂ, ਬਾਬੇ ਨਾਨਕ ਜੀ ਦੇ ਸਮੇਂ ਵੀ ਹੋਏ, ਅਜੋਕੇ ਸਮੇਂ 'ਚ ਵੀ ਬਹੁਤ ਹਨ। ਅਤੇ ਇਹ ਬੁੱਧੀ ਦੇ ਤਲ 'ਤੇ ਹੀ ਜੀਂਦੇ ਰਹਿੰਦੇ ਹਨ, ਇਹ ਬੁੱਧੀ ਦੇ ਰੋਗ ਦੇ ਨਾਲ ਜੀਂਦੇ ਰਹਿੰਦੇ। ਅਤੇ ਬੁੱਧੀ ਹੈ ਭੇਡਾ ਚਾਲ। ਅਤੇ ਜੋ ਸੰਸਕਾਰ ਤੁਹਾਨੂੰ ਪਏ ਹਨ, ਉਹ ਸੰਸਕਾਰਾਂ ਦੇ ਹਿਸਾਬ ਦੇ ਨਾਲ ਤੁਸੀਂ ਸੋਚ ਰਹੇ ਹੋ, ਵਿਚਾਰ ਰਹੇ ਹੋ। ਬੁੱਧੀ ਦਾ ਪੂਰਾ ਜਿਹੜਾ ਉਪਯੋਗ ਕਰਦਾ ਹੈ ਨਾ, ਸੋਚਦਾ, ਵਿਚਾਰਦਾ ਚੰਗੀ ਤਰ੍ਹਾਂ, ਫਿਰ ਉਹਨੂੰ ਪਤਾ ਲੱਗਦਾ ਹੈ ਵੀ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ। ਫਿਰ ਸੋਚ ਕੇ, ਵਿਚਾਰ ਕੇ, ਸਮਝ ਕੇ ਨਹੀਂ ਰੁਕਦਾ ਹੈ, ਨਹੀਂ ਹੁੰਦਾ, ਮਨ ਨਹੀਂ ਟਿਕਦਾ। ਨਾ ਹੀ ਫਿਰ ਚੁੱਪ ਰਹਿਣ ਕਰਕੇ ਟਿਕਦਾ ਹੈ। ਚੁੱਪੇ ਚੁੱਪ ਨਾ ਹੋਵੇ, ਜੇ ਲਾਏ ਰਾਹ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾ। ਨਾ ਸਾਰੇ ਪਦਾਰਥ ਬੰਨ ਲਈਏ, ਭੁੱਖ ਮਿਟਦੀ। ਕਿਉਂਕਿ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਉਂਕਿ ਸਿਆਣਪ ਦੁਆਰਾ ਹੀ ਤੁਸੀਂ ਚੁੱਪ ਹੋਵੋਗੇ, ਸਿਆਣਪ ਦੁਆਰਾ ਹੀ ਤੁਸੀਂ ਬੋਲ ਰਹੇ ਹੋ। ਉਹੋ ਹੀ ਸਮਝਦਾਰੀ ਕਹਿ ਲਓ, ਸਿਆਣਪ ਕਹਿ ਲਓ। ਸਹਿਜ ਸਿਆਣਪਾਂ ਲੱਖ ਹੋਏ, ਲੱਖਾਂ ਹੀ ਸਿਆਣਪਾਂ ਹੋਣ, ਕਹਿੰਦੇ ਹਜ਼ਾਰਾਂ ਹੀ ਸਿਆਣਪਾਂ ਹੋਣ।
ਸਿਆਣਪਾਂ ਦੇ ਨਾਲ ਨਹੀਂ। ਦੇਖੋ, ਆਪਣੀ ਸਿਆਣਪ ਨਾਲ ਥੋੜ੍ਹੀ ਤੁਸੀਂ ਪ੍ਰਮਾਤਮਾ ਨੂੰ ਪਾ ਲਓ। ਇਸੇ ਕਰਕੇ ਆਪਣੀ ਸਿਆਣਪ ਨੂੰ ਛੱਡਣ ਵਾਸਤੇ ਕਿਹਾ ਹੈ, ਗੁਰ ਕੀ ਮਤ ਤੂੰ ਲੇਹ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਸਿਆਣੇ ਹਨ ਉਹ ਡੁੱਬਦੇ ਹਨ ਇਹ ਸਿਆਣਪ ਦੇ ਵਿੱਚ, ਅਤੇ ਜਿਹੜੇ ਭਗਤੀ ਭਾਵਨਾ ਵਾਲੇ ਹਨ ਉਹ ਇਆਣੇ ਹੋ ਜਾਂਦੇ ਹਨ, ਅਤੇ ਜਿਹੜੇ ਇਆਣੇ ਹੋ ਜਾਂਦੇ ਹਨ ਉਹੋ ਹੀ ਭਗਤ ਹੋ ਜਾਂਦੇ ਹਨ, ਕਿਉਂਕਿ ਉਹ ਸਿਆਣਪ ਛੱਡ ਦਿੰਦੇ ਹਨ। ਅਤੇ ਸਿਆਣਪ ਛੱਡਣੀ ਬਹੁਤ ਕਠਿਨ ਹੈ। ਇਹੋ ਹੀ ਸਿਰ ਰੱਖਣਾ ਹੈ ਗੁਰੂ ਦੇ ਚਰਨਾਂ 'ਚ। ਇਹੋ ਹੀ ਗਹਿਰਾ ਰੋਗ ਹੈ, ਖਿਆਲ ਵਿੱਚ ਰੱਖੋ। ਅਤੇ ਇਹ ਰੋਗ ਸਾਰਿਆਂ ਨੂੰ ਬਾਅਦ ਵਿੱਚ ਮਿਟਦਾ ਹੈ। ਅਖੀਰ ਤੱਕ ਆਦਮੀ ਸੋਚਦਾ ਰਹਿੰਦਾ ਹੈ, ਸਮਝਦਾ ਰਹਿੰਦਾ ਹੈ, ਬਚਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਭਾਵ ਕਿ ਆਪਣੇ ਮਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਮੈਂ ਮਿਟਣੀ ਨਹੀਂ ਨਾ ਚਾਹੁੰਦੀ, ਜਿਵੇਂ ਸਰੀਰ ਨਹੀਂ ਮਿਟਣਾ ਚਾਹੁੰਦਾ ਉਹਦਾ ਮੈਂ, ਮੇਰੀ ਸਮਝ ਨਹੀਂ ਮਿਟਣੀ ਚਾਹੁੰਦੀ। ਬਹੁਤ ਕਠਿਨ ਹੈ ਆਪਣਾ ਆਪ ਗਵਾਉਣਾ, ਆਪ ਗਵਾਈ, ਇਹ ਸਮਝ ਨੂੰ ਗਵਾਉਣਾ ਹੈ। ਇਹੋ ਹੀ ਕਿਹਾ ਹੈ ਨਾ, ਮਨ ਕੀ ਮਤ ਤਿਆਗਣੀ ਬੜੀ ਕਠਿਨ ਹੈ। ਇਹ ਬਾਤ ਕਠਿਨ, ਬਹੁਤ ਔਖੀ, ਸਖਾਲਾ ਕੰਮ ਨਹੀਂ ਹੈ। ਇਸ ਕਾਰਨ ਆਦਮੀ ਆਨੇ ਬਾਨੇ ਰੋਕਦਾ ਹੈ। ਫਿਰ ਪਰਮਾਤਮਾ ਦੇ ਪਿਆਰਿਆਂ ਦੇ ਜਿਹੜੇ ਉਪਦੇਸ਼ ਹਨ ਉਹਨਾਂ ਦੇ ਸਹਾਰੇ ਦੇਖੋ ਆਪਣੇ ਮਨ ਨੂੰ ਰੋਕ ਰਿਹਾ ਹੈ। ਅਤੇ ਜੇ ਨਾ ਕੋਈ ਸਾਹਮਣੇ ਦੱਸਣ ਵਾਲਾ ਹੋਵੇ ਤਾਂ ਤੁਸੀਂ ਸੋਚੋ ਸਾਰੇ ਲੋਕ ਫਿਰ ਰੋਕ ਹੀ ਰਹੇ ਹਨ। ਦਰਅਸਲ ਉਪਦੇਸ਼ਾਂ ਦੁਆਰਾ ਸਤਿਪੁਰਖਾਂ ਦੇ ਆਪਣੇ ਆਪ ਨੂੰ ਰੋਕ ਹੀ ਰਹੇ ਹਨ ਲੋਕ।